राम भगत हियन छाड़ दे ते मन को मान। राम भगत हियन छाड़ दे ते मन को मान। नानक जन एह बखान, नानक जन एह बखान, नानक जन एह बखान। जग में विराज रे राम भगत हियन छाड़ दे ते मन को मान। राम भगत हियन छाड़ दे ते मन को मान। नानक जन एह बखान, नानक जन एह बखान, नानक जन एह बखान। जग में विराज रे राम भगत हियन छाड़ दे ते मन को मान। राम भगत हियन। बीत जह जन्म अकाज रे। 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 राम भगत हियन छाड़ दे ते मन को मान। राम भगत हियन छाड़ दे ते मन को मान। नानक जन एह बखान, नानक जन एह बखान। जग में विराज रे राम भगत हियन छाड़ दे ते मन को मान। राम भगत हियन। निस दिन सुन के पुराण समझत नर डाल। काल तो पहुँचवान कहाँ जय भाज रे। निस दिन सुन के पुराण समझत नर डाल। काल तो पहुँचवान कहाँ जय भाज रे। तो पहुँचवान कहा जय पाजरे। राम भगत हियन छाड़ दे ते मन को मान। राम भगत हियन छाड़ दे ते मन को मान। नानक जन एह बखान, नानक जन एह बखान। जग में विराज रे राम भगत हियन। राम भगत हियन। अस्थिर जो मान्यो देख सूत देर होए के। क्यों न हर को नाम ले मूर्ख निलाज रे। अस्थिर जो मान्यो देख सूत देर होए के। क्यों न हर को नाम ले मूर्ख निलाज रे। क्यों न हर को नाम ले मूर्ख निलाज रे। क्यों न हर को नाम ले मूर्ख निलाज रे। राम भगत हियन छाड़ दे ते मन को मान। राम भगत हियन छाड़ दे ते मन को मान। नानक जन एह बखान, नानक जन एह बखान। जग में विराज रे राम भगत हियन छाड़ दे ते मन को मान। राम भगत हियन, राम भगत हियन, राम भगत हियन।
ਹਰ ਜੁਗ ਜੁਗ ਭਗਤ ਉਪਾਇਆ ਅਜ ਰਖਦਾ ਆਇਆ ਰਾਮ ਰਾਜੇ ਹਰ ਨਾਮ ਕਿਸ ਦੁਸ਼ਟ ਘਰ ਮਾਰਿਆ ਰਾਜ ਤਰਾਇਆ ਅੰਕਾਰੀ ਅਨੰਦ ਕਰ ਦੇ ਨਾਮ ਦੇ ਮੁਖ ਲਾਇਆ ਨਾਨਕ ਐਸਾ ਹਰ ਸੇਵਿਆ ਲੈ ਚੜਾਇਆ ਲੈ ਚੜਾ ਸਾਲਾ ਮਹਲਾ ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਇਆ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨੇ ਹਾਲੀ ਪੈਸਵਲ ਇੱਕ ਉੱਪਰ ਰਹਿਣ ਖੜੇ ਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਇਸ ਵਿੱਚ ਜੰਤ ਪਾਏ ਕੈ ਦੇਖੇ ਥਾਪੋ ਥਾਪ ਇਸ ਨੂੰ ਕਹੇ ਨਾਨਕਾ ਸਭ ਕਿਛ ਆਪੇ ਆਪ ਪੌੜੀ ਵਡੇ ਕੀਆ ਵਡਿਆਇਆ ਕਿਛ ਕਹਿਣਾ ਕਹਿ ਲਦਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਗੇ ਸਾਈ ਕਾਰ ਕਮਾਵਣੀ ਤੁਰ ਛੋੜੀ ਤਨੇ ਪਾਏ ਨਾਨਕ ਏਕੀ ਬਾਗਰੀ ਗੁਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿ ਰਜ਼ਾਏ ਸੁਧ ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ ਤੁਰ ਛੋਟੀ ਤਿਨੈ ਪਾਏ ਨਾਨਕ ਏਕੀ ਬਾਗਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸੇ ਰਜ਼ਾਏ ਸੋ ਕਰੇ ਜਿਤ ਸੇ ਰਜ਼ਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦ ਆਵੇ ਤਾਏ ਸਭ ਥਾਈ ਹੋਏ ਸਗਾਏ ਸਭ ਥਾਈ ਹੋਏ ਸਗਾਏ ਸਭ ਥਾਈ ਹੋਏ ਸਗਾਏ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹਰ ਨਾਨਕ ਆਵੇ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੇ ਮਾਏ ਆਨੰਦ ਪਾਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਇਆ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣ ਆਇਆ ਸਬਦੂ ਕਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ
ਆਪ ਸਵਾਰਨਾ। ਸਭਨਾ ਕਰਾ ਸਮਰਥ ਸੁਆਮੀ ਸੋ ਕਿਉ ਮਨੋ ਵਿਚਾਰੇ। ਨਾਨਕ ਮਨ ਮੇਰੇ ਸਦਾ ਰੁਖਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ। ਕੰਤੇ ਨੇ ਸੰਤ ਜਗੈ ਜਿਤੇ ਸੋ ਪਾਵੇ। ਸਾਸਤ ਸਦਾ ਤੇਰੇ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੇ ਸਭ ਕਨੇਰੇ। ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ। ਸੱਚਾ ਨਾਮ ਮੇਰਾ ਆਧਾਰੂ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਇਆ। ਸਾਧ ਲੁਕ ਮਨ ਆਏ ਵਸਿਆ ਜਿਨੇ ਚਾ ਸਭ ਪੁਜਾਇਆ। ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਦਿਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਤਰ੍ਹਾਂ ਪਿਆਰੋ। ਸੱਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਪਰ ਸੁਹਾਗੇ। ਹਰ ਸਵਾਕੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ। ਅੰਤ ਦੁੱਤ ਤੁਧ ਵਸ ਕੀਤੀ ਕਾਲ ਕਟਕ ਮਾਰਿਆ। ਤੁਰ ਕਰਮ ਪਾਇਆ ਤੁਝਿ ਕੋਸੇ ਨਾਮ ਹਰ ਕੇ ਲਾਗੇ। ਨਾਨਕ ਤੇ ਸੁਭਵਾ ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਿਸੂਰੇ। ਲੋਕ ਲੋਕ ਸੰਤਾਪ ਉਤਰੇ ਸੁਣੀ ਸਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ। ਸੁਣਦੇ ਮਨਿਤ ਕਹਤੇ ਪਵਿੱਤ ਸਤਿਗੁਰ ਰੇ ਆਪਰ ਪੂਰੇ। ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਾਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਵਾਤੈ ਧਰਮ ਹਦੂਰ। ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਤੈ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ। ਜਿਨੇ ਨਾਮ ਤੇ ਆਇਆ ਤੈ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨ ਅਰ ਵਰਨ ਜਾਤ ਅਰ ਪਾਤ ਨਹਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ। ਕਰਮ ਨਾਮ ਭਰਨਤ ਸਮਤ। ਮੋਤੀ ਤਮੰਦਰ ਉਸਰਹਿ ਰਤਨੀ ਤਾ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਉ। ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ। ਹਰ ਬਿਨ ਜਿਉ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਧਰਤੀ ਤਾਹੀਰੇ ਲਾਲ ਜੜਤੀ ਪਲਘ ਲਾਲ ਜੜਾਓ।
ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਉ। ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ। ਸਿਧ ਹੋਆ ਸਿਧ ਲਾਈ ਰਿਧ ਆਖਾ ਆਓ। ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ। ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ। ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਾਖਾਂ ਪਾਉ। ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ। ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ। ਹਮ ਅਵਗੁਣ ਭਰੇ ਏਕ ਗੁਣ ਅੰਮ੍ਰਿਤ ਛਾੜ ਬਿਖ ਬਿਖ। ਮਾਇਆ ਮੋਹ ਭਰਮ ਪੈ ਭੂਲੇ ਸਤ ਦਾਰਾ ਸਿਉ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ। ਸਕਹੁ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਗੁਰ ਸੋਂ ਝਟਿਆ। ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ। ਸੱਜਣ ਸੱਚਾ ਪਾਤਸ਼ਾਹ ਸਿਰ ਸਾਧ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੇ ਮਹੱਲਾ ਤੀਜਾ। ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੇ ਮਨ ਵਜੀਆ ਵਧਾਈਆ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵੋ ਹਰਿ ਕੇਰਾ ਮਨ ਜਿਨਿ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਕਰਤਾ ਤੇਰਾ ਸਭ ਕਿਛ ਹੈ
ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਾਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੇਟੋ। ਜਿਸ ਦੀਆਂ ਇਹ ਵਡਿਆਈਆ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग सन्मानयोग गुरु की साजी और नवाजी हुई। गुरु का खास रूप गुरु खालसा साध संगत जीओ धनता दे पात्र हो। अमृत वेले तो साहिब नौवें गुरुदेव दे पावन पवित्र चरणां च धन धन श्री गुरु तेग बहादुर साहब जी महाराज जी दे पावन पवित्र दरबार अंदर श्री गुरु ग्रंथ साहब जी दे पवित्र चरणां विच हाजरियां भर के अपने जीवन दीयां घड़ियां सतगुरु जी दे लेखे ला के सफला और सकारथा कर रहे हो। अमृतमयी गुरबाणी श्री आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार सहित आप जी ने सरवण कीते हैं। तीसरे पातशाह धन धन श्री गुरु अमरदास साहब जी महाराज जी ने अज दे पावन पवित्र शब्द की दात सानू सारिਆਂ ਨੂੰ बख्शिश की है। आनंद बाणी इस पावन पवित्र गुरबाणी की उठानका संप्रदाय विद्वान और महाकवि कविराज भाई संतोख सिंह जी ने लिखी है कि एक बड़ी लंबी उम्र का योगी सतगुरु श्री गुरु अमरदास साहब जी के चरणों में श्री गोइंदवाल साहब आया। बेनती की, सतगुरु मैं अपने जीवन में बड़ी योग साधना साधी है, बहुत सारी भारी तपस्या की है। योग की साधना साध्या साध्या सारी जिंदगी गुजर गई है, उम्र बड़ी लमेरी है मेरी, पर महाराज मैनू अंदर दे आनंद की प्राप्ति नहीं हुई। आनंद तो मैं विहोणा हाँ। साहब ने बचन कीते योगी जी, तुहाडे शरीर का खिदोलड़ा पुराना हो गया, इस दा त्याग करो ते साडे घर दे विच तुहाडा हुण जन्म होवेगा और तुहानू आनंद की प्राप्ति होवेगी। कुछ समय बाद योगी जी ने अपना शरीर त्यागया। समा पा के बाबा मोहन जी जो गुरु अमरदास साहब दे वड्डे साहिबजादे हन,
ਉਹਨਾਂ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਇਹ 40 ਪੌੜੀਆਂ ਸ੍ਰੀ ਆਨੰਦ ਸਾਹਿਬ ਦੀਆਂ ਉਚਾਰਨ ਕੀਤੀਆਂ ਔਰ ਆਪਣੇ ਪੋਤਰੇ ਨੂੰ ਵੇਖ ਕੇ ਕਿ ਆਨੰਦ ਦੀ ਇੱਛਾ ਲੈ ਕੇ ਸੰਸਾਰ ਵਿੱਚ ਆਇਆ, ਇਹ ਆਨੰਦ ਬਾਣੀ ਦੀ ਭੇਟਾ ਮਹਾਰਾਜ ਜੀ ਨੇ ਦਿੱਤੀ ਹੈ। ਆਨੰਦ ਬਾਣੀ ਦੀ ਗੁੜਤੀ ਆਪਣੇ ਪੋਤਰੇ ਨੂੰ ਦਿੱਤੀ ਹੈ ਤੇ ਭਾਈ ਬੱਲੂ ਨੂੰ ਕਿਹਾ, ਭਾਈ ਬੱਲੂ ਗੁਰੂ ਅਮਰਦਾਸ ਸਾਹਿਬ ਜੀ ਦੇ ਖਾਸ ਸੇਵਾਦਾਰ ਸੀ। ਮਹਾਰਾਜ ਜੀ ਦੀ ਸੇਵਾ 'ਚ ਭਾਈ ਬੱਲੂ ਜੀ ਰਹਿੰਦੇ, ਵਸਤਰ ਧੋਣ ਦੀ ਸੇਵਾ, ਮਹਾਰਾਜ ਜੀ ਦੇ ਭੋਜਨ ਦੀ ਸੇਵਾ ਭਾਈ ਬੱਲੂ ਜੀ ਕਰਦੇ ਸੀ। ਆਖਿਆ, ਭਾਈ ਬੱਲੂ ਗਲ ਵਿੱਚ ਢੋਲਕੀ ਪਾ ਕੇ ਇਸ ਪਾਵਨ ਬਾਣੀ ਦਾ ਕੀਰਤਨ ਕੋਠੇ ਦੀ ਛੱਤ ਤੇ ਚੜ੍ਹ ਕੇ ਕਰੋ। ਇਹ ਆਨੰਦ ਬਾਣੀ ਹੈ, ਸਾਰੇ ਸੰਸਾਰ ਦੇ ਵਿੱਚ ਆਨੰਦ ਵਰਤਾਏਗੀ। ਤਾਂ ਭਾਈ ਬੱਲੂ ਜੀ ਨੇ ਗਲ 'ਚ ਢੋਲਕੀ ਪਾ ਕੇ ਇਹ ਪਾਵਨ ਬਾਣੀ ਦਾ ਕੀਰਤਨ ਗਾਇਨ ਕੀਤਾ। ਕੋਠੇ ਦੀ ਛੱਤ ਤੇ ਚੜ੍ਹ ਕੇ ਰੀਝ ਕੇ ਇਸ ਪਵਿੱਤਰ ਅੰਮ੍ਰਿਤ ਬਾਣੀ ਨੂੰ ਗਾਇਆ। ਸਾਰੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਆਨੰਦ ਦੀ ਲਹਿਰ ਬਣ ਗਈ। ਤੋ ਇਹ ਪਾਵਨ ਬਾਣੀ ਸਾਹਿਬ ਨੇ ਉਸ ਵਕਤ ਉਚਾਰਨ ਕੀਤੀ। ਖੰਡੇ ਦੀ ਪੌਲ ਤਿਆਰ ਕੀਤੀ ਜਾਂਦੀ ਹੈ ਤਾਂ ਖੰਡੇ ਦੀ ਪੌਲ ਦੀਆਂ 5 ਬਾਣੀਆਂ ਵਿੱਚ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਇਸ ਪਾਵਨ ਬਾਣੀ ਆਨੰਦ ਬਾਣੀ ਨੂੰ ਪੜ੍ਹ ਕੇ ਖੰਡੇ ਦੀ ਪੌਲ ਦਾ ਜੋ ਵਰਤਾਰਾ ਹੈ ਉਹ ਸੰਪੂਰਨ ਕੀਤਾ ਜਾਂਦਾ ਹੈ। ਗੁਰੂ ਘਰ ਵਿੱਚ ਕੋਈ ਕਾਰਜ ਹੋਵੇ, ਦੀਵਾਨ ਦੀ ਸਮਾਪਤੀ ਹੋਵੇ, ਕਿਸੇ ਗੁਰਸਿੱਖ ਨੇ ਅਰਦਾਸ ਕਰਾਉਣੀ ਹੋਵੇ, ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਕਰਨ ਦੀ ਮਰਜ਼ਾਦਾ ਮਹਾਰਾਜ ਜੀ ਨੇ ਬਣਾਈ ਗੁਰੂ ਘਰ ਦੇ ਵਿੱਚ, ਜੋ ਹੁਣ ਤੱਕ ਚੱਲ ਰਹੀ। ਭਾਈ ਸਾਹਿਬ ਨੇ ਵੀ ਬਚਨ ਲਿਖੇ ਨੇ ਕਿ ਜੇ ਕਿਸੇ ਦਾ ਕੋਈ ਕਾਰਜ ਅਟਕਿਆ ਹੋਵੇ, ਅੰਮ੍ਰਿਤ ਵੇਲੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ 3 ਪਾਠ ਸ੍ਰੀ ਆਨੰਦ ਸਾਹਿਬ ਦੇ ਕਰੇ ਔਰ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੇ, ਮਹਾਰਾਜ ਕਿਰਪਾ ਕਰੋ, ਸਾਡਾ ਇਹ ਕਾਰਜ ਰਾਸ ਕਰੋ, ਤਾਂ ਉਹ ਕਾਰਜ ਸਿੱਧ ਹੁੰਦਾ ਹੈ। ਸੋ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਸ੍ਰੀ ਆਨੰਦ ਬਾਣੀ ਜੋ ਪਾਤਸ਼ਾਹ ਜੀ ਨੇ ਉਚਾਰਨ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਇਹ ਮੁੰਦਾਵਣੀ ਹੈ। ਇਹ ਸਟੈਂਪ ਹੁੰਦੀ ਹੈ ਨਾ, ਜਿਵੇਂ ਮੋਹਰ ਹੁੰਦੀ ਹੈ, ਇਹ ਸਟੈਂਪ ਹੈ, ਇਹ ਮੋਹਰ ਹੈ। ਜਦੋਂ ਕੋਈ ਕਾਰਜ ਕਰਨਾ ਹੋਵੇ, ਪਾਵਨ ਬਾਣੀ ਪੜ੍ਹ ਕੇ ਅਰਦਾਸ ਕਰਦੇ ਹਾਂ ਤਾਂ ਉਹਦਾ ਮਤਲਬ ਹੁੰਦਾ ਕਿ ਮਹਾਰਾਜ ਇਹ ਤੁਹਾਡੀ ਮੋਹਰ ਲੱਗ ਗਈ ਹੈ ਆਨੰਦ ਬਾਣੀ ਦੀ, ਇਹ ਕਾਰਜ ਤੁਹਾਡਾ ਹੈ, ਤੁਸੀਂ ਕਰਨਾ ਹੈ। ਜਿਸ ਕਾ ਕਾਰਜ ਤੇ ਨਹੀਂ ਕੀਆ, ਮਹਾਰਾਜ ਤੁਹਾਡਾ ਕਾਰਜ ਹੈ, ਤੁਸਾਂ ਨੇ ਕਰਨਾ ਹੈ। ਆਓ ਤੀਸਰੇ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੇ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਰਾਗ ਹੈ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਨੇ। ਆਨੰਦ ਬਾਣੀ ਦਾ ਨਾਮ ਹੈ। ਤੀਸਰੇ ਗੁਰਦੇਵ ਆਨੰਦ ਬਾਣੀ ਦੀ ਆਰੰਭਤਾ ਤੋਂ ਪਹਿਲਾਂ ਪਾਰ ਬ੍ਰਹਮ ਪਰਮੇਸ਼ਰ ਦਾ ਵਸਤੂ ਨਿਰਦੇਸ਼ ਮੰਗਲਾਚਰਨ ਕਰਦੇ ਨੇ। ਪਾਰ ਬ੍ਰਹਮ ਵਿਧਾਤਾ ਅਕਾਲ ਪੁਰਖ ਪਰਮੇਸ਼ਰ ਇੱਕ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤ੍ਰਈ ਕਾਲ ਸਤ ਹੈ। ਗੁਰ ਚੇਤਨ ਸਵਰੂਪ ਹੈ।
ਪ੍ਰਸਾਦ ਦਾ ਮਤਲਬ ਹੈ ਆਨੰਦ ਸਵਰੂਪ ਹੈ। ਪਾਰ ਬ੍ਰਹਮ ਪਰਮੇਸ਼ਰ ਸਤ ਚੇਤਨ ਆਨੰਦ ਸਵਰੂਪ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਮੇਰੀ ਮਾਏ, ਯਾਨੀ ਕਿ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਹਿੰਦੇ, ਭਰਾਵੋ ਸੁਣੋ, ਮੇਰੇ ਅੰਦਰ ਹੁਣ ਆਨੰਦ ਵਰਤ ਗਿਆ, ਆਨੰਦ ਹੋ ਆਇਆ, ਖੇੜਾ ਖਿੜ ਗਿਆ, ਹਿਰਦਾ ਵਿਗਾਸ ਨਾਲ ਭਰ ਗਿਆ। ਪੁੱਛਿਆ, ਮਹਾਰਾਜ ਕਿਸ ਦਿਨ ਤੋਂ ਆਨੰਦ ਬਣਿਆ? ਕਹਿਣ ਲੱਗੇ, ਜਿਸ ਦਿਨ ਤੋਂ ਮੈਂ ਸਤਿਗੁਰਾਂ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ। ਜਿਸ ਦਿਨ ਤੋਂ ਮੈਂ ਸਤਿਗੁਰਾਂ ਨੂੰ ਪਾ ਲਿਆ, ਉਸ ਦਿਨ ਤੋਂ ਹਿਰਦੇ 'ਚ ਆਨੰਦ ਬਣ ਗਿਆ। ਸਤਿਗੁਰਾਂ ਦਾ ਮੇਲ ਹਿਰਦੇ ਨੂੰ ਆਨੰਦ ਬਖਸ਼ਦਾ ਹੈ। ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰਸਿੱਖ ਦਾ ਹਿਰਦਾ ਆਨੰਦ ਨਾਲ ਭਰ ਜਾਂਦਾ, ਹਿਰਦੇ 'ਚ ਖੇੜਾ ਖਿੜ ਜਾਂਦਾ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਗੁਰਸਿੱਖ ਦਾ ਤਾਂ ਤਨ ਤੇ ਮਨ ਦੋਵੇਂ ਨਿਹਾਲ ਹੋ ਜਾਂਦੇ ਨੇ ਜਦੋਂ ਗੁਰਸਿੱਖ ਆਪਣੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਦਰਸ਼ਨ ਤੇ ਦਿਦਾਰੇ ਕਰਦਾ ਹੈ, ਆਪਣੇ ਮਾਲਕ ਦੇ ਦਰਸ਼ਨ ਕਰਦਾ ਹੈ। ਕਹਿੰਦੇ, ਮੈਂ ਆਨੰਦ ਸਹਿਤ ਹੋ ਗਿਆ, ਮੇਰਾ ਹਿਰਦਾ ਆਨੰਦ ਨਾਲ ਭਰ ਗਿਆ ਹੈ। ਕਦੋਂ ਦਾ? ਜਦੋਂ ਦਾ ਮੈਂ ਸਤਿਗੁਰਾਂ ਨੂੰ ਪਾ ਲਿਆ, ਸਤਿਗੁਰਾਂ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਸਤਿਗੁਰ ਤਾ ਪਾਇਆ ਸਹਿਜ ਸੇਤੇ, ਮਨ ਵਜੀਆ ਵਧਾਈਆ। ਮੈਂ ਸਤਿਗੁਰੂ ਜੀ ਨੂੰ ਪਾ ਲਿਆ ਹੈ, ਤੋ ਜਦੋਂ ਸਤਿਗੁਰੂ ਜੀ ਨੂੰ ਪਾਇਆ ਤਾਂ ਸਹਿਜ ਸੇਤੀ ਮੈਂ ਗਿਆਨ ਸਹਿਤ ਹੋ ਗਿਆ। ਮੇਰਾ ਜਿਹੜਾ ਹਿਰਦਾ ਹੈ ਉਹ ਗਿਆਨ ਦੇ ਸਹਿਤ ਸੰਪੰਨ ਹੋ ਗਿਆ। ਜਿਸ ਦਿਨ ਤੋਂ ਮੈਂ ਸਤਿਗੁਰਾਂ ਦੇ ਸਰੂਪ ਨੂੰ ਪਾਇਆ, ਉਸੇ ਦਿਨ ਤੋਂ ਸਹਿਜ ਸੇਤੀ ਆਨੰਦ ਸਹਿਤ ਹੋ ਗਿਆ ਔਰ ਗਿਆਨ ਸਹਿਤ ਹੋ ਗਿਆ। ਜਦੋਂ ਗਿਆਨ ਹੋ ਗਿਆ ਹਿਰਦੇ 'ਚ, ਤਾਂ ਫਿਰ ਮੇਰੇ ਮਨ ਵਿੱਚ ਵਧਾਈਆਂ ਵੱਜੀਆਂ, ਯਾਨੀ ਕਿ ਖੁਸ਼ੀਆਂ ਤੇ ਖੇੜਾ ਪੈਦਾ ਹੋ ਗਿਆ। ਕਿਉਂਕਿ ਗਿਆਨਵਾਨ ਦਾ ਹਿਰਦਾ ਫਿਰ ਖੇੜੇ 'ਚ ਖਿੜ ਜਾਂਦਾ, ਗਿਆਨਵਾਨ ਦੇ ਹਿਰਦੇ ਵਿੱਚ ਵਿਗਾਸ ਪੈਦਾ ਹੋ ਜਾਂਦਾ। ਗੁਰੂ ਬਾਬਾ ਜੀ ਦੇ ਬਚਨ ਨੇ, ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਦੇ ਹਿਰਦਿਆਂ 'ਚ ਵਿਗਾਸ ਤੇ ਖੇੜਾ ਪੈਦਾ ਹੋ ਆਉਂਦਾ। ਕਿਹਨਾਂ ਦੇ? ਸਹਿਜ ਸੇਤੀ, ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੁੰਦਾ। ਗਿਆਨ ਕਿਹਨਾਂ ਨੂੰ ਮਿਲਿਆ? ਜਿਨ੍ਹਾਂ ਨੇ ਸਤਿਗੁਰੂ ਜੀ ਦਾ ਸਰੂਪ ਪ੍ਰਾਪਤ ਕੀਤਾ। ਤੋ ਸਤਿਗੁਰਾਂ ਨੂੰ ਪ੍ਰਾਪਤ ਕਰਕੇ ਜਿਨ੍ਹਾਂ ਦਾ ਹਿਰਦਾ ਗਿਆਨ ਸਹਿਤ ਹੋ ਗਿਆ, ਉਹਨਾਂ ਦੇ ਮਨ ਵਿੱਚ ਫਿਰ ਵਧਾਈਆਂ ਵੱਜਣ ਲੱਗੀਆਂ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ। ਕਹਿੰਦੇ, ਜਿਤਨੇ ਰਾਗ ਰਤਨ ਨੇ ਉਹ ਆਪਣੇ ਪਰਿਵਾਰਾਂ ਸਮੇਤ, ਪਰੀਆਂ ਸਮੇਤ ਆਏ ਔਰ ਆ ਕੇ ਸਤਿਗੁਰਾਂ ਦੇ ਸ਼ਬਦ ਨੂੰ ਇੱਕ ਰਸ ਗਾਵਣ ਲੱਗ ਪਏ। ਪ੍ਰਤੱਖ ਰੂਪ ਵਿੱਚ ਵੀ ਰਾਗ ਰਤਨ ਆ ਪਹੁੰਚਦੇ ਆ। ਮਹਾਂਪੁਰਸ਼ ਜਦੋਂ ਰੱਬੀ ਰੰਗਾਂ ਵਿੱਚ ਰੰਗੇ ਹੋਏ ਕੀਰਤਨ ਗਾਇਨ ਕਰਨ ਲੱਗਦੇ ਆ, ਤੇ ਸਾਰੀਆਂ ਰਾਗ ਪਰੀਆਂ ਉਹਨਾਂ ਦੀਆਂ ਰਸਨਾਂ ਦੇ ਉੱਤੇ ਸੁਤੇ ਸਿੱਧੇ ਉੱਤਰ ਆਉਂਦੀਆਂ। ਸਾਰੇ ਰਾਗਾਂ ਦੇ ਸਹਿਤ ਤੋਂ ਸੰਪੰਨ ਹੋ ਜਾਂਦੇ। ਰਾਗੀ ਵੀ ਸੁਣ ਕੇ ਹੈਰਾਨ ਹੁੰਦੇ ਕਿ ਇਹ ਰਾਗ ਸਿੱਖੇ ਨਹੀਂ, ਪਰ ਇਹ ਰਾਗ ਇਹਨਾਂ ਅੰਦਰ ਉਤਰ ਕਿਵੇਂ ਰਹੇ ਨੇ। ਤੋ ਰਾਗ ਰਤਨ ਪਰਿਵਾਰ ਪਰੀਆਂ, ਆਪਣੇ ਪਰਿਵਾਰਾਂ ਸਮੇਤ ਜਿਹੜੀਆਂ ਪਰੀਆਂ ਨੇ, ਰਾਗ ਨੇ, ਉਹ ਵੀ ਆ ਗਏ ਔਰ ਆ ਕੇ ਸਾਹਿਬ ਜੀ ਦੇ ਪਵਿੱਤਰ ਸ਼ਬਦ ਨੂੰ ਗਾਇਨ ਕਰਨ ਲੱਗ ਪਏ, ਗੁਰਬਾਣੀ ਨੂੰ ਗਾਇਨ ਕਰਨ ਲੱਗ ਪਏ। ਸ਼ਬਦ ਤੰਗਾਵਹੁ ਹਰਿ ਕੇਰਾ, ਮਨ ਜਿਨੇ ਵਸਾਇਆ। ਜਿਨ੍ਹਾਂ ਨੇ ਆਪਣੇ ਮਨ ਵਿੱਚ ਉਸ ਵਾਹਿਗੁਰੂ ਦੇ ਸਰੂਪ ਨੂੰ ਵਸਾਇਆ, ਉਹ ਫਿਰ ਉਸ ਵਾਹਿਗੁਰੂ ਦੇ ਪਾਵਨ ਪਵਿੱਤਰ ਸ਼ਬਦ ਨੂੰ ਗਾਇਨ ਕਰਦੇ ਨੇ। ਜਿਨ੍ਹਾਂ ਨੇ ਮਨ 'ਚ ਵਸਾਇਆ, ਉਹੀ ਉਹਦੇ ਸ਼ਬਦ ਨੂੰ ਗਾਇਨ ਕਰਦੇ ਹਨ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਮੇਰਾ ਹਿਰਦਾ ਆਨੰਦ ਸਹਿਤ ਹੋ ਗਿਆ। ਕਦੋਂ ਦਾ? ਜਦੋਂ ਦਾ ਮੈਂ ਸਤਿਗੁਰਾਂ ਨੂੰ ਪਾ ਲਿਆ।
ਸਤਿਗੁਰਾਂ ਦੇ ਸਰੂਪ ਨੂੰ ਪ੍ਰਾਪਤ ਕਰ ਲਿਆ। ਉਸ ਦਿਨ ਤੋਂ ਬਾਅਦ ਮੇਰਾ ਹਿਰਦਾ ਆਨੰਦ ਸਹਿਤ ਹੋ ਗਿਆ, ਮੈਂ ਆਨੰਦ ਨੂੰ ਪ੍ਰਾਪਤ ਕਰ ਲਿਆ ਹੈ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਏ ਮੇਰਿਆ ਮਨਾ, ਤੂੰ ਸਦਾ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਿਹਾ ਕਰ। ਆ ਸੱਜੇ ਖੱਬੇ ਭਟਕੀ ਜਾਣਾ, ਕਦੇ ਕਿਤੇ ਕਦੇ ਕਿਤੇ। ਹੇ ਮੇਰਿਆ ਮਨਾ, ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿਣਾ, ਹੇ ਮੇਰਿਆ ਮਨਾ, ਹਰੀ ਦੇ ਨਾਲ ਰਿਹਾ ਕਰ, ਗੁਰੂ ਦੇ ਨਾਲ ਰਿਹਾ ਕਰ, ਗੁਰੂ ਨਾਲ ਜੁੜਿਆ ਕਰ। ਆ ਸੱਜੇ ਖੱਬੇ ਨਾ ਭਟਕਦਾ ਫਿਰਿਆ ਕਰ, ਖਿਆਂ ਵਿੱਚ ਨਾ ਰੁਲਦਾ ਫਿਰਿਆ ਕਰ। ਹਰੀ ਦੇ ਨਾਲ ਰਹੋ ਮੇਰਿਆ ਮਨਾ। ਇਹ ਜਾਣ ਕਿ ਉਹ ਹਰੀ ਹਰ ਵੇਲੇ ਹੀ ਤੇਰੇ ਨਾਲ ਹੈ, ਸਦਾ ਹੀ ਤੇਰੇ ਅੰਗ ਸੰਗ ਹੈ। ਹੇ ਮੇਰਿਆ ਮਨਾ, ਤੂੰ ਸਦਾ ਹੀ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਹਿ। ਹਰ ਨਾਲ ਰਹ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਹਰੀ ਵਾਹਿਗੁਰੂ ਪਰਮੇਸ਼ਰ, ਹੇ ਮੇਰਿਆ ਮਨਾ, ਤੂੰ ਸਦਾ ਉਹਦੇ ਨਾਲ ਰਹਿ। ਤੇ ਜਦੋਂ ਤੂੰ ਸਦਾ ਉਸ ਹਰੀ ਦੇ ਨਾਲ ਰਹੇਗਾ ਤਾਂ ਉਹ ਹਰੀ ਤੇਰੇ ਸਾਰੇ ਦੁੱਖਾਂ ਨੂੰ ਵਿਸਾਰ ਦੇਵੇਗਾ। ਦੁੱਖ ਸਭ ਵਿਸਾਰਣਾ, ਤੇਰੇ ਸਾਰੇ ਹੀ ਦੁੱਖ ਵਿਸਾਰ ਦੇਵੇਗਾ ਹਰੀ। ਹੇ ਮੇਰੇ ਮਨ, ਜੇ ਤੂੰ ਹਰੀ ਦੇ ਨਾਲ ਰਹੇਗਾ ਤਾਂ ਹਰੀ ਤੇਰੇ ਸਾਰੇ ਦੁੱਖਾਂ ਨੂੰ ਵਿਸਾਰ ਦੇਵੇਗਾ, ਨਿਵਾਰ ਦੇਵੇਗਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਉਹ ਵਾਹਿਗੁਰੂ ਤੇਰਾ ਅੰਗੀਕਾਰ ਕਰੇਗਾ। ਅੰਗੀਕਾਰ ਦਾ ਕੀ ਮਤਲਬ ਹੁੰਦਾ? ਪੱਖ ਕਰਨਾ। ਕਹਿੰਦੇ ਨੇ ਫਲਾਣਾ ਫਲਾਣੇ ਦਾ ਪੱਖ ਕਰਦਾ ਹੈ। ਕਹਿੰਦੇ ਹਰੀ ਤੇਰਾ ਪੱਖ ਕਰੇਗਾ ਜੇ ਤੂੰ ਉਹਦੇ ਨਾਲ ਰਹੇਗਾ। ਅੰਗੀਕਾਰੋ ਕਰੇ ਤੇਰਾ, ਉਹ ਵਾਹਿਗੁਰੂ ਤੇਰਾ ਪੱਖ ਕਰਕੇ ਕਹਿੰਦੇ ਤੇਰੇ ਜਿੰਨੇ ਕਾਰਜ ਨੇ ਸਾਰੇ ਕਾਰਜਾਂ ਨੂੰ ਸਵਾਰਨ ਵਾਲਾ ਹੋ ਕੇ ਕਾਰਜ ਸਵਾਰ ਦੇਗਾ। ਜੇ ਤੂੰ ਉਹਦੇ ਨਾਲ ਰਹੇਗਾ ਤਾਂ ਉਹ ਤੇਰੇ ਸਾਰੇ ਕਾਰਜ ਸਵਾਰ ਦੇਗਾ। ਤੇ ਜੇ ਤੂੰ ਭਟਕਦਾ ਹੀ ਫਿਰਨਾ ਸੱਜੇ ਖੱਬੇ ਤੇ ਫਿਰ ਚਿੰਤਾ ਦੇ ਘੇਰਿਆਂ 'ਚ ਘਿਰਿਆ ਰਹੋ। ਪਰ ਜੇ ਤੂੰ ਉਸ ਹਰੀ ਦੇ ਨਾਲ ਰਹੇਗਾ ਤਾਂ ਉਹ ਹਰੀ ਤੇਰਾ ਪੱਖ ਕਰਕੇ ਕਿ ਮੇਰਾ ਇਹ ਪੱਖ ਕਰਕੇ ਤੇਰੇ ਸਾਰੇ ਕਾਰਜ ਸਵਾਰ ਦੇਵੇਗਾ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਕਰ ਬੈਸੋ ਹਰ ਜਨ ਪਿਆਰੇ, ਫਿਰ ਘਰ ਬੈਸੋ ਹਰ ਜਨ ਪਿਆਰੇ। ਫਿਰ ਘਰ ਬੈਸੋ ਹਰ ਜਨ ਪਿਆਰੇ, ਫਿਰ ਘਰ ਬੈਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਵਾਹਿਗੁਰੂ ਤੇਰਾ ਪੱਖ ਕਰੇਗਾ, ਉਹ ਤੇਰੇ ਵੱਲ ਹੋਵੇਗਾ, ਪਰ ਉਹ ਤੇਰੇ ਵੱਲੇ ਤਾਂ ਹੋਵੇਗਾ ਜੇ ਤੂੰ ਉਹਦੇ ਵੱਲੇ ਹੋਵੇਗਾ, ਤਾਂ ਤੇਰੇ ਵੱਲ ਹੋਵੇਗਾ ਨਾ। ਤੂੰ ਹੁੰਦਾ ਫਿਰੇ ਦੁਨੀਆ ਦੇ ਵੱਲੇ, ਤੂੰ ਹੁੰਦਾ ਫਿਰੇ ਸੱਜਣਾ ਮਿੱਤਰਾਂ ਸਰਬੰਧੀਆਂ ਦੇ ਵੱਲੇ ਤੇ ਗੁਰੂ ਨੂੰ ਪਿੱਠ ਦੇ ਹੀ ਰੱਖੇ ਤੇ ਗੁਰੂ ਤੇਰੇ ਵੱਲੇ ਥੋੜੀ ਹੋਵੇਗਾ। ਤੂੰ ਲੋ ਲੱਗਦਿਆਂ ਦਿਨ ਚੜ੍ਹਦਿਆਂ ਤੱਕ ਨਾ ਉੱਠੇ, ਨਾ ਕਦੇ ਰੱਬ ਰੱਬ ਕਰੇ, ਨਾ ਕਦੇ ਭਜਨ ਕਰੇ, ਨਾ ਤੂੰ ਜਪਜੀ ਪੜ੍ਹੇ, ਨਾ ਮੂਲ ਮੰਤਰ ਪੜ੍ਹੇ ਤੇ ਫਿਰ ਆਖੇ ਗੁਰੂ ਮੇਰੇ ਵੱਲੇ ਹੋਵੇ, ਇਦਾਂ ਨਹੀਂ ਹੋਣਾ ਉਹਨੇ।
ਤੈਨੂੰ ਵੀ ਤਾਂ ਉਹਦੇ ਵੱਲੇ ਹੋਣਾ ਪਵੇਗਾ, ਇੱਕ ਕਦਮ ਪੁੱਟ ਕੇ ਤੇ ਆਉਣਾ ਪਵੇਗਾ, ਤਦੇ ਹੀ ਕਰੋੜਾਂ ਕਦਮ ਪੁੱਟ ਕੇ ਤੇਰੇ ਵੱਲ ਅੱਗੇ ਵਧੇਗਾ। ਪਰ ਸ਼ੁਰੂਆਤ ਤਾਂ ਤੇਰੇ ਵੱਲੋਂ ਹੋਣੀ ਹੈ ਨਾ। ਇੱਕ ਕਦਮ ਪੁੱਟ ਤਾਂ ਸਹੀ, ਚੱਲ ਤਾਂ ਸਹੀ। ਜਿਸ ਵੱਲੇ ਉਹ ਵਾਹਿਗੁਰੂ ਹੋ ਜਾਂਦਾ ਹੈ, ਜਿਸ ਦਾ ਉਹ ਪੱਖ ਕਰਦਾ ਹੈ, ਮਹਾਰਾਜ ਜੀ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹਦੇ ਸਾਰੇ ਹੀ ਕਾਰਜ ਵਾਹਿਗੁਰੂ ਸਵਾਰ ਦਿੰਦਾ। ਹਾਂਜੀ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਮੇਰਾ ਵਾਹਿਗੁਰੂ ਸਭਨਾ ਗੱਲਾਂ ਕਰਕੇ ਸਮਰੱਥ ਹੈ। ਐਸਾ ਨਹੀਂ ਕਿ ਉਹਦੇ ਕੋਲ ਕੋਈ ਅਸੰਭਵ ਨਾਮ ਦਾ ਸ਼ਬਦ ਆ ਨਹੀਂ ਹੋ ਸਕਦਾ, ਉਹ ਆਖੇ ਸਮਰੱਥ ਹੈ। ਸਭਨਾ ਗੱਲਾਂ ਕਰਕੇ ਸਮਰੱਥ ਹੈ, ਜੋ ਚਾਹੇ ਮਰਜ਼ੀ ਕਰ ਸਕਦਾ, ਸਮਰੱਥ। ਸੋ ਕਿਉ ਮਨ ਹੋ ਵਿਸਾਰੇ। ਹੇ ਮੇਰਿਆ ਮਨਾ, ਜਿਹੜਾ ਸਰਬ ਗੱਲਾਂ ਕਰਕੇ ਸਮਰੱਥ ਹੈ, ਜਿਹੜਾ ਜਲ ਤੋਂ ਥਲ, ਥਲ ਤੋਂ ਕੂਆ, ਕੁਝ ਵੀ ਕਰ ਸਕਦਾ। ਮੂਰਖਾਂ ਨੂੰ ਪੰਡਤ ਬਣਾ ਸਕਦਾ, ਪੰਡਤਾਂ ਨੂੰ ਮੂਰਖ ਬਣਾ ਸਕਦਾ, ਰਾਜਿਆਂ ਨੂੰ ਭਿਖਾਰੀ ਕਰ ਸਕਦਾ, ਭਿਖਾਰੀਆਂ ਨੂੰ ਰਾਜਾ ਬਣਾ ਸਕਦਾ, ਪਿੰਗਲਿਆਂ ਨੂੰ ਪਰਬਤ ਚੜ੍ਹਨ ਲਾ ਸਕਦਾ, ਮੂਰਖਾਂ ਨੂੰ 6 ਸ਼ਾਸਤਰਾਂ ਦਾ ਵਕਤਾ ਬਣਾ ਸਕਦਾ। ਹੇ ਮੇਰਿਆ ਮਨਾ, ਐਸੇ ਸਭਾਂ ਗੱਲਾਂ ਕਰਕੇ ਸਮਰੱਥ ਸੁਆਮੀ ਨੂੰ ਤੂੰ ਕਿਉਂ ਮਨੋਂ ਵਿਸਾਰਦਾ? ਉਹਨੂੰ ਕਿਉਂ ਆਪਣੇ ਹਿਰਦੇ ਚੋਂ ਭੁਲਾਉਣਾ, ਜੋ ਸਰਬ ਕਲਾ ਕਰਕੇ ਸਮਰੱਥ ਦੇਵ ਹੈ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਪਣੇ ਮਨ ਨੂੰ ਕਹੋ, ਹੇ ਮੇਰੇ ਮਨ, ਹਾਲੇ ਵੀ ਕੁਝ ਨਹੀਂ ਵਿਗੜਿਆ, ਉਸ ਹਰੀ ਦੇ ਨਾਲ ਰਹੋ, ਹਰੀ ਦੇ ਨਾਲ ਜੁੜ। ਜੇ ਮਨ ਭੱਜਣ ਲੱਗੇ, ਸੱਜੇ ਖੱਬੇ ਨੱਠਣ ਲੱਗੇ, ਕੋਈ ਫੁਰਨਿਆ ਕਫੁਰਨ, ਇਹਨੂੰ ਮੋੜ ਮੋੜ ਕੇ ਲਿਆਉਣਾ। ਪਸ਼ੂ ਟੁਰਿਆ ਜਾਂਦਾ ਹੋਵੇ ਤਾਂ ਸੱਜੇ ਖੱਬੇ ਹਰੇ ਰੰਗ ਦੀ ਖੇਤੀ ਹੁੰਦੀ, ਉਹ ਵੇਖ ਕੇ ਕਦੇ ਇੱਧਰ ਮੂੰਹ ਮਾਰਦਾ, ਕਦੇ ਉੱਧਰ। ਪਿੱਛੇ ਜਿਹੜਾ ਸਿਆਣਾ ਉਹਨਾਂ ਪਸ਼ੂਆਂ ਨੂੰ ਹੱਕਣ ਵਾਲਾ ਹੁੰਦਾ, ਉਹ ਜੇ ਪਸ਼ੂ ਸੱਜੇ ਖੱਬੇ ਮੂੰਹ ਮਾਰਨ ਲੱਗੇ, ਸੋਟੀ ਵਿਖਾਉਂਦਾ, ਤੇ ਫਿਰ ਸਿੱਧਾ ਪਸ਼ੂ ਸਿੱਧਾ ਟੁਰ ਪੈਂਦਾ, ਜਾਂ ਫਿਰ ਮੂੰਹ ਤੇ ਛਿੱਕਾ ਚਾੜ ਦਿੰਦਾ ਵੀ ਮੂੰਹ ਹੀ ਨਾ ਮਾਰੇ। ਕਹਿੰਦੇ ਇਸੇ ਤਰ੍ਹਾਂ ਇਹ ਮਨ ਜਿਵੇਂ ਜਿਵੇਂ ਚੱਲਾਂਗੇ, ਕਦੇ ਸੱਜੇ ਖੱਬੇ ਵੀ ਭੱਜਦਾ, ਨਿਤਨੇਮ ਕਰਦਿਆਂ, ਬਾਣੀ ਪੜ੍ਹਦਿਆਂ ਵੀ ਸੱਜੇ ਖੱਬੇ ਭਟਕਦਾ। ਪਰ ਇਹਨੂੰ ਮੋੜ ਮੋੜ ਕੇ ਮਹਾਂਪੁਰਸ਼ ਕਹਿੰਦੇ ਸ਼ਬਦ ਨਾਲ ਜੋੜਨਾ। ਫਿਰ ਮੋੜੋ, ਫਿਰ ਸ਼ਬਦ ਚ ਲਿਆਓ, ਫਿਰ ਮੋੜੋ, ਫਿਰ ਸ਼ਬਦ ਚ ਲਿਆਓ, ਮੋੜ ਮੋੜ ਕੇ, ਬਾਰੰਬਾਰ ਮੋੜ ਮੋੜ ਕੇ ਸ਼ਬਦ ਨਾਲ ਜੋੜਨਾ। ਤਾਂ ਪਾਤਸ਼ਾਹ ਕਹਿੰਦੇ, ਹੇ ਮੇਰਿਆ ਮਨਾ, ਤੂੰ ਸਦਾ ਉਸ ਹਰੀ ਦੇ ਨਾਲ ਰਹਿ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਹੇ ਮੇਰੇ ਸੱਚੇ ਸਾਹਿਬ, ਕੀ ਐਸਾ ਜਿਹੜਾ ਤੇਰੇ ਘਰ ਨਾ ਹੋਵੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਐਸਾ ਕੀ ਹੈ ਜਿਹੜਾ ਤੁਹਾਡੇ ਘਰ ਨਾ ਹੋਵੇ? ਮਾਣ, ਧਨ, ਸੰਪਦਾ, ਲక్ష్ਮੀ, ਸਭ ਕੁਝ ਤੁਹਾਡੇ ਘਰ ਵਿੱਚ ਹੈ। ਐਸੀ ਕੋਈ ਵਸਤ ਹੈ ਹੀ ਨਹੀਂ ਜਿਹੜੀ ਤੁਹਾਡੇ ਘਰ ਨਾ ਹੋਵੇ। ਕਲਗੀਧਰ ਸਾਹਿਬ ਲਿਖਦੇ, ਪ੍ਰਾਨ ਕੇ ਬਚਈਆ, दूध पूत के देवैया, रोग सोग के मिटैया, किधो मानी महामान हो। निर्जर नरूप हो के सुंदर स्वरूप हो के भूपान के भूप हो के दाता महादान हो। महाराज जी सारियां दातां दे दवैया हैं। ਪ੍ਰਾਣਾਂ ਨੂੰ ਵੀ ਬਚਾਉਂਦੇ ਆ, ਦੁੱਧ ਪੁੱਤ ਦਾ ਦਾਨ ਵੀ ਬਖਸ਼ਦੇ ਆ, ਰੋਗਾਂ ਸੋਗਾਂ ਨੂੰ ਵੀ ਮਿਟਾਉਂਦੇ ਆ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰੇ ਅਨੇਕ ਚਲਾਵਤ ਕਹਾਵਤਉ, ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰਦਾ, ਕਰ ਪਾਪ ਸੰਭੂ ਨ ਭੇਟਨ ਪਾਵੈ। और की बात कहाँ कह तो सुस पेट ही के पट बीच बचावे। साचे साहेबा
ਕਿਆ ਨਹੀਂ ਘਰ ਤੇਰਾ। ਮਹਾਰਾਜ ਤੁਹਾਡੇ ਘਰ 'ਚ ਕੀ ਨਹੀਂ ਹੈ? ਕਿਹੜੀ ਐਸੀ ਵਸਤ ਹੈ ਜਿਹੜੀ ਤੁਹਾਡੇ ਕੋਲੋਂ ਮੰਗੀਏ ਤੇ ਨਾ ਮਿਲੇ? ਜੇ ਨਹੀਂ ਮਿਲੀ ਇਹ ਤਾਂ ਮਤਲਬ ਸਾਡੇ ਭਾਗਾਂ ਵਿੱਚ ਕਮੀ ਹੈ। ਸਾਡੇ ਕੋਲ ਭਾਂਡਾ ਨਹੀਂ ਸੀ ਪਾਉਣ ਨੂੰ, ਸਾਹਿਬ ਤਾਂ ਲਈ ਬੈਠੇ ਸੀ, ਸਾਡੇ ਕੋਲ ਭਾਂਡਾ ਨਹੀਂ ਸੀ। ਏਦਾਂ ਕਹਿ ਸਕਦੇ ਹਾਂ ਵੀ ਸਾਹਿਬ ਤਾਂ ਬੇਅੰਤ ਦਾਤਾਂ ਦੇਣ ਵਾਲੇ ਨੇ, ਸਾਡੀ ਔਕਾਤ ਨਹੀਂ ਹੈ ਲੈਣ ਦੀ। ਇੱਕ ਮਹਾਤਮਾ ਦੇ ਪਾਸ ਕੋਈ ਜਗਿਆਸੂ ਬੈਠਾ ਤੇ ਉਹਨੂੰ ਨੇ 500 ਰੁਪਈਆ ਕੱਢ ਕੇ ਦਿੱਤਾ। ਉਹ ਕਹਿੰਦਾ ਨਹੀਂ ਮਹਾਰਾਜ। 1000 ਦਿੱਤਾ, ਕਹਿੰਦਾ ਨਹੀਂ। 2000 ਦਿੱਤਾ, ਨਹੀਂ। 5000 ਦਿੱਤਾ, ਕਹਿੰਦਾ ਨਹੀਂ। ਕਹਿੰਦੇ ਲੈਂਦਾ ਕਿਉਂ ਨਹੀਂ? ਉਹ ਕਹਿੰਦਾ ਮੈਨੂੰ ਸਿਰਫ 100 ਰੁਪਈਆ ਚਾਹੀਦਾ, ਕਿਉਂਕਿ ਮੇਰੀ ਔਕਾਤ ਹੀ 100 ਰੁਪਈਆ ਲੈਣ ਜੋਗੀ, ਮੇਰੀ ਔਕਾਤ ਹੀ ਇੰਨੀ। ਸਾਹਿਬ ਦੇ ਘਰ ਤਾਂ ਭੰਡਾਰਾਂ ਨਾਲ ਭਰੇ ਪਏ ਨੇ, ਰਿੱਧੀਆਂ ਸਿੱਧੀਆਂ ਦਾਤੇ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ। ਉੱਥੇ ਤਾਂ ਸਭ ਕੁਝ ਹੈ, ਸਾਰੀਆਂ ਦਾਤਾਂ ਮਹਾਰਾਜ ਜੀ ਦੇ ਘਰ ਵਿੱਚ ਨੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ। ਮਹਾਰਾਜ ਕੀ ਐਸਾ ਜਿਹੜਾ ਤੁਹਾਡੇ ਘਰ ਨਾ ਹੋਵੇ? ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਮਹਾਰਾਜ ਜੀ ਘਰ ਤਾਂ ਤੁਹਾਡੇ ਸਭ ਕੁਝ ਹੈ, ਜਿਸ ਤੇ ਤੁਸੀਂ ਤਰਸ ਕਰਕੇ ਜਿਸ ਨੂੰ ਇਹ ਦਾਨ ਬਖਸ਼ਦੇ ਹੋ ਆਪਣੇ ਘਰੋਂ, ਉਹਨੂੰ ਪ੍ਰਾਪਤ ਹੋ ਜਾਂਦਾ। ਜਿਹਨੂੰ ਜੋ ਦਿੰਦੇ ਉਹਨੂੰ ਮਿਲ ਜਾਂਦਾ, ਜਿਸ ਨੂੰ ਜੋ ਬਖਸ਼ਦੇ ਉਹਨੂੰ ਪ੍ਰਾਪਤ ਹੋ ਜਾਂਦਾ। ਘਰ 'ਚ ਸਭ ਕੁਝ ਹੈ ਤੁਹਾਡੇ, ਜਿਸ ਨੂੰ ਜੋ ਜੋ ਬਖਸ਼ਦੇ ਉਹਨੂੰ ਉਹ ਮਿਲ ਹੀ ਜਾਂਦਾ ਹੈ। ਜਿਸ ਨੂੰ ਜੋ ਜੋ ਬਖਸ਼ਦੇ ਹੋ। ਇੱਕ ਗੱਲ ਦਾ ਭੁਲੇਖਾ ਹਿਰਦੇ 'ਚੋਂ ਕੱਢ ਦੇਣਾ ਚਾਹੀਦਾ ਵੀ ਜੋ ਮੈਨੂੰ ਇੱਥੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚੋਂ ਨਹੀਂ ਮਿਲਿਆ ਤੇ ਉਹ ਸੰਸਾਰ ਦੇ ਕਿਸੇ ਹੋਰ ਥਾਂ ਤੋਂ ਕੋਨੇ ਤੋਂ ਮਿਲ ਜਾਏਗਾ, ਨਹੀਂ ਮਿਲੇਗਾ। ਜੇ ਇੱਥੋਂ ਨਹੀਂ ਮਿਲਿਆ ਤੇ ਕਿਤੋਂ ਨਹੀਂ ਮਿਲੇਗਾ। ਸਗੋਂ ਜਿਹਨੂੰ ਕਿਤੋਂ ਨਹੀਂ ਮਿਲਿਆ ਉਹਨੂੰ ਇੱਥੋਂ ਆ ਕੇ ਮਿਲਿਆ। ਆਖੋ ਸਤਿਨਾਮ ਸੇ। ਜਿਹਨੂੰ ਕਿਤੋਂ ਨਹੀਂ ਮਿਲਿਆ, ਭਾਈ ਆਦਮ ਵਰਗਿਆਂ ਨੂੰ ਤੜਫਦੇ ਫਿਰਦੇ ਸੀ, ਬਿਰਧ ਹੋ ਗਏ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਆਏ ਤੇ ਦਾਤਾਂ ਮਿਲ ਗਈਆਂ। ਤੇ ਜਿਹਦੀ ਮਹਾਂਪੁਰਸ਼ ਕਹਿੰਦੇ ਹੁੰਦੇ ਆ, ਉਹ ਕਹਿੰਦੇ ਜਿਹਦੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚੋਂ ਪੂਰੀ ਨਹੀਂ ਪਈ, ਉਹਦੀ ਦੁਨੀਆ ਦੇ ਕਿਸੇ ਕੋਨੇ 'ਚੋਂ ਪੂਰੀ ਨਹੀਂ ਪੈਣੀ। ਮਹਾਰਾਜ ਤੁਹਾਡੇ ਘਰ ਵਿੱਚ ਸਭ ਕੁਝ ਹੈ ਤੇਰਾ। ਉਹ ਵੀ ਦਾਤਾਂ, ਇਹ ਸੰਸਾਰੀ ਵੀ ਨੇ ਤੇ ਅਧਿਆਤਮਿਕ ਰੂਪ। ਤੇਰਾ ਘਰ ਆਨੰਦ ਵਧਾਈ ਤੁਧ ਘਰ। ਮਹਾਰਾਜ ਤੁਹਾਡੇ ਘਰ ਵਿੱਚ ਇਹ ਵੀ ਸਭ ਕੁਝ ਹੈ। ਤੇ ਜਿਸ ਨੂੰ ਜੋ ਜੋ ਬਖਸ਼ਦੇ ਹੋ ਉਹਨੂੰ ਪ੍ਰਾਪਤ ਹੁੰਦਾ ਹੈ। ਸਦਾ ਸਿਫਤ ਸਲਾਹ ਤੇਰੇ, ਨਾਮ ਮਨ ਵਸਾਵੇ। ਪ੍ਰਭੂ ਤੇਰੀਆਂ ਸਿਫਤਾਂ ਸदैवी ਤੇ ਸਤ ਨੇ, ਤੇਰੀ ਸਲਾਹ ਤੇਰੀ ਉਪਮਾ ਸदैवी। ਮਹਾਰਾਜ ਆਪ ਜੀ ਦਾ ਪਵਿੱਤਰ ਅੰਮ੍ਰਿਤ ਨਾਮ ਜਿਨ੍ਹਾਂ ਨੇ ਆਪਣੇ ਮਨ ਵਿੱਚ ਵਸਾ ਲਿਆ, ਜਿਨ੍ਹਾਂ ਦੇ ਹਿਰਦਿਆਂ ਵਿੱਚ ਵਸ ਗਿਆ, ਮਹਾਰਾਜ ਉਹਨਾਂ ਨੂੰ ਤੇਰੀਆਂ ਸਦਾ ਲਈ ਸਿਫਤਾਂ ਤੇ ਵਡਿਆਈਆਂ ਦੀ ਦਾਤ ਪ੍ਰਾਪਤ ਹੋ ਗਈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਮਹਾਰਾਜ ਜਿਨ੍ਹਾਂ ਦੇ ਹਿਰਦਿਆਂ 'ਚ ਨਾਮ ਵਸਿਆ ਹੈ, ਉਹਨਾਂ ਦੇ ਹਿਰਦੇ ਵਿੱਚ ਕਨੇਰੇ ਬਹੁਤੇ ਇੱਕ ਰਸ ਸਤਿਗੁਰਾਂ ਦੇ ਸ਼ਬਦ ਦੇ ਵਾਜੇ ਵੱਜ ਟੁਰਦੇ ਹਨ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਇਹ ਮੇਰੇ ਸੱਚੇ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੇਰੇ ਸੱਚੇ ਸਾਹਿਬ ਜੀ, ਕੀ ਹੈ ਐਸਾ ਜਿਹੜਾ ਤੁਹਾਡੇ ਘਰ ਨਹੀਂ ਹੈ? ਐਸਾ ਕੀ ਹੈ ਜੋ ਤੁਹਾਡੇ ਘਰ ਵਿੱਚ ਨਾ ਹੋਵੇ? ਸਭ ਕੁਝ ਮਹਾਰਾਜ ਆਪ ਜੀ ਦੇ ਘਰ ਵਿੱਚ ਹੈ। ਸਾਚਾ ਨਾਮ ਮੇਰਾ ਆਧਾਰ। ਵਾਹਿਗੁਰੂ ਦਾ ਸੱਚਾ ਨਾਮ ਹੀ ਮੇਰੇ ਮਨ ਦਾ ਆਧਾਰ ਹੈ, ਆਸਰਾ ਹੈ।
ਨਿਰੰਕਾਰ ਦਾ ਸੱਚਾ ਨਾਮ ਮੇਰੇ ਮਨ ਦਾ, ਮੇਰੇ ਹਿਰਦੇ ਦਾ ਆਧਾਰ ਹੈ, ਆਸਰਾ ਹੈ। ਹਾਂਜੀ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ। ਪਰਮੇਸ਼ਰ ਦਾ ਇਹ ਸੱਚਾ ਨਾਮ ਮੇਰੇ ਮਨ ਦਾ ਆਧਾਰ ਹੈ, ਜਿਸ ਨੇ ਮੇਰੀਆਂ ਸਾਰੀਆਂ ਭੁੱਖਾਂ ਨਿਵਾਰ ਦਿੱਤੀਆਂ, ਸਾਰੀਆਂ ਭੁੱਖਾਂ ਦੂਰ ਕਰ ਦਿੱਤੀਆਂ। ਨਿਰੰਕਾਰ ਵਾਹਿਗੁਰੂ ਜੀ ਦਾ ਇਹ ਸੱਚਾ ਨਾਮ ਮੇਰੇ ਹਿਰਦੇ ਦੀਆਂ ਸਾਰੀਆਂ ਭੁੱਖਾਂ ਨੂੰ ਨਿਵਾਰਨ ਵਾਲਾ ਹੈ। ਇਹ ਨਾਮ ਹੀ ਐਸਾ ਆਧਾਰ ਹੈ ਜਿਹਦੇ ਨਾਲ ਭੁੱਖਾਂ ਦੂਰ ਹੁੰਦੀਆਂ। ਤ੍ਰਿਪਤ ਭਈ ਸੱਚ ਭੋਜਨ, ਇਹ ਸੱਚਾ ਭੋਜਨ ਹੈ ਜਿਸ ਨੂੰ ਖਾ ਕੇ ਤ੍ਰਿਪਤੀ ਹੋ ਜਾਂਦੀ, ਸੰਤੁਸ਼ਟੀ ਆ ਜਾਂਦੀ ਹੈ। ਤੋ ਨਿਰੰਕਾਰ ਵਿਧਾਤੇ ਦੇ ਸੱਚੇ ਨਾਮ ਨਾਲ ਮੇਰੇ ਹਿਰਦੇ ਦੀਆਂ ਸਾਰੀਆਂ ਹੀ ਭੁੱਖਾਂ ਗਵਾਚ ਗਈਆਂ ਹਨ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆ। ਕਹਿੰਦੇ ਮੇਰੇ ਹਿਰਦੇ ਨੂੰ ਸ਼ਾਂਤ ਅਵਸਥਾ ਦੀ ਪ੍ਰਾਪਤੀ ਹੋ ਗਈ। ਮੇਰੇ ਸਾਹਿਬ ਨੇ, ਸੱਚੇ ਨਾਮ ਨੇ ਮੇਰਾ ਹਿਰਦਾ ਸ਼ਾਂਤ ਕਰ ਦਿੱਤਾ। ਸੁਖ ਮੇਰੇ ਮਨ ਵਿੱਚ ਆ ਕੇ ਵਸ ਗਿਆ। ਮੇਰੇ ਮਨ ਦੀਆਂ ਸਾਰੀਆਂ ਇੱਛਾ ਪੁਜਾਈਆਂ, ਪੂਰੀਆਂ ਹੋ ਗਈਆਂ। ਪੁਜਾਈਆਂ, ਜਦੋਂ ਪੁਜਾਈਆਂ ਕਹਾਂਗੇ ਇਹਦਾ ਮਤਲਬ ਪੂਰੀਆਂ ਹੋ ਗਈਆਂ, ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਹਿਰਦਾ ਸ਼ਾਂਤ ਹੋ ਗਿਆ, ਮਨ ਚ ਆ ਕੇ ਸੁਖ ਵਸ ਗਿਆ। ਕਦੋਂ? ਜਦੋਂ ਸੱਚਾ ਨਾਮ ਮੇਰੇ ਹਿਰਦੇ ਦਾ ਆਧਾਰ ਬਣਿਆ। ਸਦਾ ਕੁਰਬਾਨ ਕੀਤਾ ਗੁਰ ਵੇਟੋ, ਜਿਸ ਦੀਆਂ ਇਹ ਵਡਿਆਈਆਂ। ਮੈਂ ਸਦਾ ਲਈ ਕੁਰਬਾਨ ਜਾਵਾਂ ਆਪਣੇ ਗੁਰੂ ਵਿਟੋਂ, ਸਦਾ ਲਈ ਬਲਿਹਾਰ ਜਾਵਾਂ, ਸਦਾ ਲਈ ਵਾਰੇ ਵਾਰੇ ਜਾਵਾਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਮੈਂ ਗੁਰੂ ਤੋਂ ਆਪਣਾ ਆਪ ਸਦਾ ਲਈ ਕੁਰਬਾਨ ਕਰਦਾ। ਜਿਸ ਦੀਆਂ ਇਹ ਵਡਿਆਈਆਂ, ਜਿਸ ਦੀਆਂ ਇਹ ਵਡਿਆਈਆਂ ਹਨ, ਜਿਸ ਦੀਆਂ ਇਹ ਵਡਿਆਈਆਂ ਹਨ, ਮੈਂ ਆਪਣੇ ਐਸੇ ਗੁਰੂ ਤੋਂ ਆਪਣਾ ਆਪ ਕੁਰਬਾਨ ਕਰਦਾ। ਇਹ ਵਡਿਆਈਆਂ ਉਹਦੀਆਂ ਉੱਪਰ ਜੋ ਦੱਸੀਆਂ ਨੇ ਕਿ ਉਹਦੇ ਘਰ ਵਿੱਚ ਸਭ ਕੁਝ ਹੈ, ਉਹਦਾ ਨਾਮ ਹਿਰਦੇ ਨੂੰ ਆਧਾਰ ਦਿੰਦਾ ਹੈ, ਉਹਦੇ ਨਾਮ ਦੀ ਬਰਕਤ ਨਾਲ ਮਨ ਦੀਆਂ ਇੱਛਾਵਾਂ ਪੂਰਨ ਹੁੰਦੀਆਂ। ਇਹ ਸਾਰੀਆਂ ਵਡਿਆਈਆਂ ਮੇਰੇ ਜਿਸ ਗੁਰੂ ਵਿੱਚ ਨੇ, ਮੈਂ ਆਪਣੇ ਐਸੇ ਗੁਰੂ ਤੋਂ ਆਪਣਾ ਆਪ ਕੁਰਬਾਨ ਕਰਦਾ ਔਰ ਸदैवी ਤੌਰ ਤੇ ਕੁਰਬਾਨ ਕਰਦਾ ਹਾਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰਹੁ ਪਿਆਰੋ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਹੇ ਸੰਤ ਜਨੋ ਸੁਣੋ, ਸਤਿਗੁਰਾਂ ਦੇ ਸ਼ਬਦ ਨਾਲ, ਗੁਰੂ ਕੀ ਬਾਣੀ ਨਾਲ ਆਪਣੇ ਹਿਰਦੇ 'ਚ ਪਿਆਰ ਧਾਰਨ ਕਰੋ ਕਿ ਤੁਹਾਡੇ ਮਨ 'ਚ ਗੁਰਬਾਣੀ ਦਾ, ਗੁਰ ਸ਼ਬਦ ਦਾ ਪਿਆਰ ਹੋਵੇ, ਸਤਿਗੁਰਾਂ ਦੇ ਸ਼ਬਦ ਨਾਲ ਪ੍ਰੀਤ ਹੋਵੇ, ਗੁਰਬਾਣੀ ਨਾਲ ਪ੍ਰੀਤ ਹੋਵੇ। ਐਸੇ ਐਸੇ ਪ੍ਰੀਤਵਾਨ ਗੁਰਸਿੱਖ ਨੇ ਸਾਹਿਬ ਦੀ ਪਵਿੱਤਰ ਗੁਰਬਾਣੀ ਨਾਲ ਐਸੀ ਗੂੜੀ ਪ੍ਰੀਤ ਕਰਦੇ ਨੇ ਕਿ ਸਾਹਿਬ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹੇ ਬਿਨਾ, ਸੁਣੇ ਬਿਨਾ ਨਹੀਂ ਰਹਿ ਸਕਦੇ। ਸਾਹਿਬ ਕਹਿੰਦੇ, ਹੈ ਸਿੱਖੋ, ਤੁਸੀਂ ਸਤਿਗੁਰੂ ਜੀ ਦੇ ਸ਼ਬਦ ਨਾਲ ਪਿਆਰ ਕਰੋ। ਜਦੋਂ ਸਰੀਰਾਂ ਦੀ ਗੱਲ ਹੋਈ ਨਾ, ਤਾਂ ਮਹਾਰਾਜ ਜੀ ਨੇ ਕਿਹਾ, ਇਹ ਸਰੀਰ ਮਿਲਣਗੇ ਤੇ ਵਿਛੜਨਗੇ ਵੀ। ਇਹ ਸਰੀਰ ਮਿਲਣਗੇ ਵੀ ਤੇ ਵਿਛੜਨਗੇ ਵੀ, ਪਰ ਜਿਹੜੇ ਸ਼ਬਦ ਨਾਲ ਮਿਲੇ ਰਹਿਣਗੇ, ਐਸੇ ਮਿਲਣਗੇ, ਐਸੇ ਮਿਲਣਗੇ ਕਿ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੋਵੇਗਾ। ਤੁਸੀਂ ਸ਼ਬਦ ਨਾਲ ਪਿਆਰ ਕਰਨਾ, ਸਰੀਰ ਨਾਲ ਨਹੀਂ। ਸਰੀਰ ਤਾਂ ਆਵਣੇ ਜਾਵਣੇ ਹਨ। ਤੋ ਪਾਤਸ਼ਾਹ ਕਹਿੰਦੇ, ਸਤਿਗੁਰੂ ਜੀ ਦੇ ਸ਼ਬਦ ਨਾਲ, ਗੁਰੂ ਕੇ ਸ਼ਬਦ ਨਾਲ ਪਿਆਰ ਕਰੋ। ਸਾਚਾ ਨਾਮ ਮੇਰਾ ਆਧਾਰ। ਪਰਮੇਸ਼ਰ ਦਾ ਸੱਚਾ ਨਾਮ ਹੀ ਮੇਰੇ ਮਨ ਦਾ ਆਧਾਰ ਹੈ, ਮੇਰੇ ਹਿਰਦੇ ਦਾ ਆਸਰਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਕਹਿੰਦੇ ਭਾਈ, ਜਿਨ੍ਹਾਂ ਭਾਗਾਂ ਵਾਲਿਆਂ ਦੇ ਘਰ ਵਿੱਚ, ਸੁਭਾਗੈ ਦਾ ਅਰਥ ਕਰਾਂਗੇ ਭਾਗਾਂ ਵਾਲੇ,
ਜਿਨ੍ਹਾਂ ਭਾਗਾਂ ਵਾਲਿਆਂ ਦੇ ਹਿਰਦੇ ਰੂਪੀ ਘਰ ਵਿੱਚ ਸਤਿਗੁਰਾਂ ਦੇ ਸ੍ਰੇਸ਼ਟ ਸ਼ਬਦ ਵੱਜਦੇ ਨੇ। ਪੰਚ ਦਾ ਅਰਥ ਕਰਾਂਗੇ ਸ੍ਰੇਸ਼ਟ। ਗੁਰੂ ਸਾਹਿਬ ਦਾ ਜਿਹੜਾ ਇਹ ਸ਼ਬਦ ਹੈ ਗੁਰਬਾਣੀ, ਇਹ ਸ੍ਰੇਸ਼ਟ ਸ਼ਬਦ ਨੇ, ਪੰਜ ਸ਼ਬਦ ਨੇ। ਇਹ ਪੰਜ ਸ਼ਬਦ ਜਿਨ੍ਹਾਂ ਹਿਰਦੇ ਰੂਪੀ ਘਰਾਂ ਵਿੱਚ ਵੱਜਦੇ ਨੇ, ਯਾਨੀ ਕਿ ਜਿਨ੍ਹਾਂ ਦੇ ਹਿਰਦਿਆਂ 'ਚ ਗੁਰਬਾਣੀ ਦਾ ਪਾਠ ਚੱਲਦਾ, ਗੁਰਬਾਣੀ ਪੜ੍ਹਦੇ, ਜਿਨ੍ਹਾਂ ਹਿਰਦਿਆਂ 'ਚ ਗੁਰਬਾਣੀ ਦਾ ਚਿੰਤਨ ਹੈ, ਪਾਤਸ਼ਾਹ ਕਹਿੰਦੇ ਉਹ ਭਾਗਾਂ ਵਾਲੇ ਘਰ ਨੇ। ਉਹਨਾਂ ਦੇ ਹਿਰਦੇ ਰੂਪੀ ਘਰ ਭਾਗਾਂ ਵਾਲਿਆਂ ਦੇ ਘਰ ਨੇ, ਉਹ ਜਿੱਥੇ ਸਤਿਗੁਰਾਂ ਦੇ ਸ੍ਰੇਸ਼ਟ ਸ਼ਬਦਾਂ ਦਾ ਨਾਦ। ਪੰਜ ਸ਼ਬਦ ਧੁਨੇ ਅਨਹਦ ਬਾਜੇ, ਇਹ ਪੰਜ ਸ਼ਬਦ ਨੇ, ਸ੍ਰੇਸ਼ਟ ਸ਼ਬਦ ਨੇ। ਤੋ ਕਈ ਮਹਾਂਪੁਰਸ਼ਾਂ ਨੇ ਪੰਜ ਦਾ ਪੰਜ ਤਰ੍ਹਾਂ ਦੇ ਵਾਜੇ ਸਾਜ਼ ਵੀ ਕੀਤਾ, ਜਿਵੇਂ ਢੋਲ ਵਗੈਰਾ ਮੜੇ ਹੋਏ ਨੇ, ਫੂਕ ਕਰਕੇ ਵਜਾਏ ਜਾਣ ਵਾਲੇ, ਨਸ ਤਰ੍ਹਾਂ ਨਸਾਂ ਨਾਲ ਵਜਾਏ ਜਾਣ ਵਾਲੇ, ਗੱਜ ਫੇਰਨ ਦੇ ਨਾਲ। ਤੋ ਇਸ ਤਰ੍ਹਾਂ ਪੰਜ ਪ੍ਰਕਾਰ ਦੇ ਨਾਦ ਉਹ ਵੀ ਮੰਨੇ ਹਨ। ਪਰ ਇੱਥੇ ਮੁੱਖ ਰੂਪ ਚ ਅਰਥ ਹੋਵੇਗਾ ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਇਹ ਪੰਚ ਨਾਦ ਨੇ। ਗੁਰਬਾਣੀ ਦਾ ਇਹ ਪੰਚ ਨਾਦ ਭਾਗਾਂ ਵਾਲਿਆਂ ਦੇ ਹਿਰਦਿਆਂ ਰੂਪੀ ਘਰਾਂ ਦੇ ਵਿੱਚ ਵੱਜਦਾ ਹੈ। ਘਰ ਸੁਭਾਗਾ ਹੈ, ਜਿਹੜੇ ਸੁਭਾਗੇ ਘਰ ਨੇ ਉਹਨਾਂ ਘਰਾਂ ਦੇ ਵਿੱਚ ਸਤਿਗੁਰਾਂ ਦੀ ਬਾਣੀ ਵਾਲਾ ਇਹ ਪੰਚ ਨਾਦ ਗੂੰਜਦਾ ਹੈ। ਨਹੀਂ ਤਾਂ ਬਹੁਤਿਆਂ ਦੇ ਹਿਰਦੇ ਰੂਪੀ ਘਰਾਂ ਦੇ ਵਿੱਚ ਤਾਂ ਗੰਦੇ ਗੀਤ ਗੂੰਜਦੇ ਐ, ਭੈੜੇ ਗੀਤ ਗੂੰਜਦੇ ਐ। ਉਹ ਮਾੜੇ ਭਾਗਾਂ ਵਾਲੇ ਨੇ। ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਦੇ ਹਿਰਦੇ ਰੂਪੀ ਘਰਾਂ ਵਿੱਚ ਸਤਿਗੁਰਾਂ ਦੇ ਸ਼ਬਦ ਦੇ ਪੰਚਨਾਦ, ਵਾਹਿਗੁਰੂ ਵਾਹ, ਇਹ ਪੰਚਨਾਦ ਹੈ। ਇਹ ਪੰਚਨਾਦ, ਇਹ ਪੰਜ ਸ਼ਬਦ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਵੱਜਦੇ ਹਨ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਜਿਨ੍ਹਾਂ ਹਿਰਦੇ ਰੂਪੀ ਘਰਾਂ ਵਿੱਚ ਵਾਹਿਗੁਰੂ ਨੇ ਆਪਣੀ ਸ਼ਕਤੀ ਧਾਰਨ ਕੀਤੀ ਹੈ, ਆਪਣੀ ਸ਼ਕਤੀ ਦੁਆਰਾ ਉਹਨਾਂ ਭਾਗਾਂ ਭਰਿਆ ਹਿਰਦੇ ਰੂਪੀ ਘਰਾਂ ਵਿੱਚ ਸਤਿਗੁਰੂ ਜੀ ਦੇ ਸ਼ਬਦ ਦੇ ਨਾਦ ਵੱਜਦੇ ਹਨ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਹੁਣ ਸ਼ਬਦ ਦੀ ਬਰਕਤ ਕੀ ਹੈ? ਜਿਨ੍ਹਾਂ ਦੇ ਹਿਰਦਿਆਂ 'ਚ ਸ਼ਬਦ ਦਾ ਨਾਦ ਗੂੰਜਦਾ। ਸ਼ਬਦ ਦੀ ਬਰਕਤ ਇਹ ਹੈ ਕਿ ਸਤਿਗੁਰਾਂ ਦੇ ਸ਼ਬਦ ਦੁਆਰਾ ਉਹਨਾਂ ਨੇ ਆਪਣੇ ਹਿਰਦੇ 'ਚੋਂ ਪੰਜ ਦੂਤਾਂ ਨੂੰ ਵਸ ਕਰ ਲਿਆ। ਪੰਚ ਦੂਤ ਤੁਧ ਵਸ ਕੀਤੇ, ਮਹਾਰਾਜ ਤੇਰੀ ਕਿਰਪਾ ਨਾਲ ਉਹਨਾਂ ਨੇ ਪੰਜ ਦੂਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਸ ਕਰ ਲਏ। ਕਾਲ ਕੰਟਕ ਮਾਰਿਆ, ਜਿਹੜਾ ਕਾਲ ਦੁੱਖ ਦੇਣ ਵਾਲਾ ਸੀ ਉਹ ਵੀ ਮਾਰ ਦਿੱਤਾ ਉਹਨਾਂ ਨੇ। ਉਹ ਕਾਲ ਤੋਂ ਵੀ ਸੁਤੰਤਰ ਹੋ ਗਏ। ਜਿਹੜੇ ਤੇਰੇ ਸ਼ਬਦ ਦੇ ਨਾਦ ਨਾਲ ਜੁੜ ਗਏ ਮਹਾਰਾਜ, ਉਹਨਾਂ ਦਾ ਮੁੜ ਕੇ ਫਿਰ ਮਰਨ ਨਹੀਂ ਹੁੰਦਾ। ਸ਼ਬਦ ਮਰੋ ਫਿਰ ਜੀਵੋ ਸਾਧ ਹੀ, ਤਾਂ ਫਿਰ ਮਰਨ ਨਾ ਹੋਈ। ਉਹ ਫਿਰ ਮੁੜ ਕੇ ਨਹੀਂ ਮਰਦੇ ਮਹਾਰਾਜ, ਜਿਹੜੇ ਤੁਹਾਡੇ ਸਤਿਗੁਰੂ ਜੀ ਸ਼ਬਦ ਦੁਆਰਾ ਆਪਣੇ ਹਿਰਦੇ ਚੋਂ ਆਪੇ ਭਾਵ ਨੂੰ ਮਾਰ ਲੈਂਦੇ ਹਨ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿੰਦੇ ਭਾਈ ਜਿਨ੍ਹਾਂ ਦੇ ਮੱਥੇ ਤੇ ਵਾਹਿਗੁਰੂ ਨੇ ਧੁਰ ਦਰਗਾਹੋਂ ਲੇਖ ਪਾਏ ਨੇ, ਉਹੀ ਪਰਮੇਸ਼ਰ ਦੇ ਨਾਮ ਨਾਲ ਲੱਗੇ ਨੇ। ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਕੀਤੇ ਕਰਮਾਂ ਮੁਤਾਬਕ ਵਾਹਿਗੁਰੂ ਨੇ ਪਰਾਲਬਧ ਕਰਮ ਪਾਏ ਨੇ, ਲੇਖ ਪਾਏ ਨੇ, ਉਹੀ ਮਹਾਰਾਜ ਜੀ ਤੁਹਾਡੇ ਅੰਮ੍ਰਿਤ ਨਾਮ ਦੇ ਨਾਲ, ਹਰੀ ਦੇ ਅੰਮ੍ਰਿਤ ਨਾਮ ਨਾਲ ਲੱਗੇ ਹਨ। ਹੈ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਉੱਥੇ ਸਦਾ ਹੀ ਸੁੱਖ ਹੁੰਦਾ ਹੈ, ਔਰ ਉਸ ਹਿਰਦੇ ਰੂਪੀ ਘਰ ਵਿੱਚ ਲਗਾਤਾਰ ਅਨਹਦ ਇੱਕ ਰਸ ਨਾਦ ਗੂੰਜਦੇ ਨੇ, ਇੱਕ ਰਸ ਸ਼ਬਦ ਵੱਜਦੇ ਹਨ। ਸਾਚੇ ਲਿਵੈ ਬਿਨ ਦੇਹ ਨਮਾਣੀ। ਮਹਾਰਾਜ ਜੀ ਦੀ ਸੱਚੀ ਪ੍ਰੀਤ ਬਿਨਾਂ ਇਹ ਦੇਹ ਨਿਵਾਣੀ ਵਿਚਾਰੀ ਕਿਸੇ ਕੰਮ ਦੀ ਨਹੀਂ, ਮਾਣ ਵੀ ਹੋਣੀ। ਵਾਹਿਗੁਰੂ ਦੀ ਸੱਚੀ ਲਿਵ ਬਿਨਾਂ, ਉਹਦੀ ਸੱਚੀ ਪ੍ਰੀਤ ਤੋਂ ਬਿਨਾਂ ਇਹ ਦੇਹ ਨਿਮਾਣੀ ਨਿਕੰਮੀ ਹੈ, ਕਿਸੇ ਕੰਮ ਦੀ ਨਹੀਂ। ਜਿਹੜੀ ਦੇਹ ਵਿੱਚ ਪਰਮੇਸ਼ਰ ਦੀ ਲਿਵ ਨਾ ਹੋਵੇ, ਜਿਸ ਦੇਹ ਵਿੱਚ ਪ੍ਰਮਾਤਮਾ ਦੀ ਪ੍ਰੀਤ ਨਾ ਹੋਵੇ, ਉਹ ਦੇਹ ਕਿਹੜੇ ਕੰਮ ਦੀ? ਨਿਮਾਣੀ ਹੈ, ਮਾਣ ਵੀ ਹੋਣੀ ਹੈ। ਨਿਮਾਣੀ ਕਿਹਾ ਸਤਿਗੁਰਾਂ ਨੇ। ਦੇਹ ਨਮਾਣੀ ਲਿਵੈ ਬਾਜੋ,
ਕਿਆ ਕਰੇ ਵਿਚਾਰਿਆ। ਕਹਿੰਦੇ ਪਰਮੇਸ਼ਰ ਦੀ ਲਿਵ ਤੋਂ ਬਿਨਾਂ ਇਹ ਦੇਹ ਨਿਮਾਣੀ ਹੈ, ਮਾਣ ਵਿਹੂਣੀ। ਕੀ ਕਰੀਏ ਇਸ ਦੇਹ ਦਾ ਵਿਚਾਰੀ, ਇਹਦਾ ਕੀ ਕਿਆ ਕਰੇ ਵਿਚਾਰੀਆ। ਕੀ ਕਰੋਗੇ ਇਹਦਾ ਭਾਈ, ਇਹਦਾ ਨਿਸ਼ਫਲ ਹੈ। ਜੇ ਪਾਰ ਬ੍ਰਹਮ ਪਰਮੇਸ਼ਰ ਦੀ ਲਿਵ ਨਹੀਂ ਹੈ, ਅਕਾਲ ਪੁਰਖ ਦੀ ਪ੍ਰੀਤ ਨਹੀਂ ਹੈ, ਫਿਰ ਇਸ ਦੇਹ ਦਾ ਕੀ ਕੰਮ ਹੈ? ਫਿਰ ਤਾਂ ਇਹ ਦੇਹ ਬਿਲਕੁਲ ਹੀ ਨਿਸ਼ਫਲ ਤੇ ਨਿਮਾਣੀ ਹੈ। ਤੁਧ ਬਾਜ ਸਮਰਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਏ ਬਨਵਾਰੀ ਵਾਹਿਗੁਰੂ, ਤੇਰੇ ਤੋਂ ਬਿਨਾਂ ਸਮਰੱਥ ਕੋਈ ਨਹੀਂ। ਤੁਧ ਬਾਝ ਸਮਰੱਥ ਕੋਏ ਨਹੀਂ। ਮਹਾਰਾਜ ਤੁਹਾਡੇ ਤੋਂ ਬਿਨਾਂ ਸਮਰੱਥ ਕੋਈ ਨਹੀਂ। ਕਿਰਪਾ ਕਰ ਬਨਵਾਰੀਆ। ਇਹ ਸੰਸਾਰ ਰੂਪੀ ਬਨ ਦੇ ਵਾੜੀ ਮਾਲਕ, ਸਾਡੇ ਤੇ ਕਿਰਪਾ ਕਰੋ ਮਹਾਰਾਜ, ਸਾਡੇ ਤੇ ਦਇਆ ਕਰੋ, ਕਿਰਪਾ ਕਰੋ। ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਇਸ ਨੌ ਇਹਨੂੰ ਹੋਰ ਕੋਈ ਥਾਂ ਨਹੀਂ ਹੈ, ਨਾ ਇਸ ਲੋਕ ਵਿੱਚ ਨਾ ਪਰਲੋਕ। ਕੇਵਲ ਤਾਂ ਕੇਵਲ ਇਹ ਦੇਹ ਤਾਂ ਸਫਲੀ ਹੋਵੇਗੀ, ਇਹ ਤਾਂ ਸਬਰੇਗੀ ਜੇ ਸਤਿਗੁਰੂ ਜੀ ਦੇ ਸ਼ਬਦ ਨਾਲ ਲੱਗੋਗੇ, ਗੁਰਬਾਣੀ ਨਾਲ ਜੁੜੋਗੇ। ਫਿਰ ਇਹ ਦੇਹ ਸਬਰਨੀ, ਫਿਰ ਇਹ ਕਾਇਆ ਸਬਰਨੀ। ਨਹੀਂ ਤਾਂ ਇਸ ਕਾਇਆ ਨੂੰ ਨਿਸ਼ਫਲ ਜਾਣੋ, ਨਿਕੰਮੀ ਜਾਣੋ। ਜੇ ਸਤਿਗੁਰਾਂ ਦੇ ਸ਼ਬਦ ਨਾਲ ਲੱਗੋਗੇ, ਫਿਰ ਇਹ ਦੇਹ ਸਫਲੀ ਤੇ ਸਕਾਰਥੀ ਹੋਵੇਗੀ। ਕਹੈ ਨਾਨਕ ਲਿਵੈ ਬਾਝੋ, ਕਿਆ ਕਰੇ ਵਿਚਾਰੀਆ। ਮਹਾਰਾਜ ਜੀ ਤੁਹਾਡੀ ਲਿਵ ਤੋਂ ਬਿਨਾ ਇਹ ਦੇਹ ਵਿਚਾਰੀ ਕੀ ਹੈ? ਨਿਕੰਮੀ ਹੈ, ਨਿਸ਼ਫਲ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆ ਗੱਲਾਂ ਨਾਲ ਤਾਂ ਸਾਰਿਆਂ ਨੂੰ ਆਨੰਦ ਆਉਂਦਾ ਹੈ। ਕੋਈ ਰੋਟੀ ਚੰਗੀ ਖਾ ਲਿਆ, ਆਨੰਦ ਆ ਗਿਆ। ਝਟਕ ਬਾਅਦ ਉਹੀ ਰੋਟੀ ਪੇਟ 'ਚ ਜਾ ਕੇ ਫੁੱਲ ਜਾਏ, ਫਿਰ ਆਨੰਦ ਰਹਿੰਦਾ? ਕੋਈ ਵਧੀਆ ਜਿਹਾ ਪਦਾਰਥ ਖਾ ਲਵੇ, ਬੰਦਾ ਕਹਿੰਦਾ ਆਨੰਦ ਆ ਗਿਆ, ਮੁੜ ਕੇ ਉਹੀ ਪਦਾਰਥ ਖੱਟੇ ਡਕਾਰ ਪੈਦਾ ਕਰਨ ਲੱਗ ਪਵੇ, ਫਿਰ ਆਨੰਦ ਕਿੱਥੇ ਜਾਂਦਾ? ਕੋਈ ਚੰਗੀ ਚੀਜ਼ ਵੇਖ ਲਵੇ, ਬੰਦਾ ਕਹਿੰਦਾ ਆਨੰਦ ਆ ਗਿਆ। ਆਨੰਦ ਆਨੰਦ ਤਾਂ ਸਾਰੀ ਦੁਨੀਆ ਕਹਿੰਦੀ ਫਿਰਦੀ ਹੈ, ਪਰ ਮੇਰੇ ਸਾਹਿਬ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਆਨੰਦ ਤਾਂ ਅਸਲ ਵਿੱਚ ਜਿਹੜਾ ਆਨੰਦ ਹੈ ਉਹ ਤਾਂ ਗੁਰੂ ਤੋਂ ਜਾਣਿਆ ਜਾਂਦਾ। ਇਹ ਤਾਂ ਫੋਕੇ ਆਨੰਦ ਨੇ ਜਿਹੜੇ ਦੁਨੀਆ ਦੇ ਲੋਕ ਕਹਿੰਦੇ। ਅੱਜ ਜਿਸ ਵਸਤੂ ਨੂੰ ਵੇਖ ਕੇ ਆਨੰਦ ਆਉਂਦਾ, ਉਹੀ ਵਸਤੂ ਕਈ ਵਾਰ ਉਹਦੇ ਨਾਲ ਦਵੈਸ਼ ਹੋ ਜਾਏ ਕਿਸੇ ਮਿੱਤਰ ਯਾਰ ਦੋਸਤ ਨਾਲ, ਉਹਨੂੰ ਵੇਖ ਕੇ ਫਿਰ ਕ੍ਰਿਜਣ ਲੱਗ ਪੈਂਦਾ। ਫਿਰ ਆਨੰਦ ਕਿੱਥੇ ਗਿਆ? ਜਿਹਨੂੰ ਵੇਖ ਕੇ ਪਹਿਲਾਂ ਚਿਹਰਾ ਖਿੜ ਜਾਂਦਾ ਸੀ, ਹੁਣ ਲਾਲ ਪੀਲਾ ਹੋ ਜਾਂਦਾ। ਇਹ ਕਹਿਣ ਮਾਤਰ ਦੇ ਆਨੰਦ ਨੇ, ਆਨੰਦ ਹੈ ਨਹੀਂ। ਇਹ ਅਸਲ ਦਾ ਜਿਹੜਾ ਆਨੰਦ ਹੈ ਨਾ, ਹਿਰਦੇ ਦਾ ਖੇੜਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹ ਤਾਂ ਕੇਵਲ ਗੁਰੂ ਤੋਂ ਜਾਣਿਆ ਜਾਂਦਾ, ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਮੈਂ ਸਦਾ ਲਈ ਆਪਣੇ ਗੁਰੂ ਤੋਂ ਆਨੰਦ ਜਾਣ ਲਿਆ, ਮੇਰੇ ਪਿਆਰੇ ਸਾਹਿਬ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਹੈ। ਮੇਰੇ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੈਂ ਆਪਣੇ ਗੁਰੂ ਤੋਂ ਐਸੇ ਆਨੰਦ ਨੂੰ ਜਾਣ ਲਿਆ ਹੈ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੇਰੇ ਜਿਤਨੇ ਕਿਲ ਵਿਖ ਪਾਪ ਸਾਨੂੰ ਕੱਟ ਦਿੱਤੇ ਨੇ, ਔਰ ਗਿਆਨ ਦਾ ਸੁਰਮਾ ਉਹ ਮੇਰੇ ਨੇਤਰਾਂ ਵਿੱਚ ਪਾ ਕੇ ਮੇਰੇ ਨੇਤਰਾਂ ਨੂੰ ਗਿਆਨ ਸੰਪੰਨ ਕਰ ਦਿੱਤਾ ਹੈ। ਗਿਆਨ ਦਾ ਸੁਰਮਾ ਮੇਰੇ ਬੁੱਧੀ ਰੂਪੀ ਨੇਤਰਾਂ 'ਚ ਪਾਇਆ, ਔਰ ਮੇਰੇ ਬੁੱਧ ਵਿੱਚ ਆਤਮ ਵਿਸ਼ਾਇਣੀ ਬੁੱਧੀ ਬਣਾ ਦਿੱਤਾ, ਉਹਨੂੰ ਆਤਮ ਗਿਆਨੀ ਬਣਾ ਦਿੱਤਾ। ਇਹ ਮੇਰੇ ਗੁਰੂ ਦੀ ਕਿਰਪਾ ਹੈ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਜਿਨ੍ਹਾਂ ਦੇ ਅੰਦਰੋਂ ਮੋਹ ਟੁੱਟ ਗਿਆ ਸੰਸਾਰ ਦਾ, ਪਦਾਰਥਾਂ ਦਾ, ਤਿਨਾਂ ਨੂੰ ਸਤਿਗੁਰਾਂ ਨੇ ਆਪਣੇ ਸ਼ਬਦ ਦੇ ਸੱਚੇ ਸ਼ਬਦ ਨਾਲ ਸਵਾਰ ਦਿੱਤਾ ਹੈ। ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਜੀਵਨ ਸਤਿਗੁਰਾਂ ਦੇ ਸ਼ਬਦ ਨੇ ਸਫਲ ਕਰ ਦਿੱਤਾ ਹੈ।
ਉਹਨਾਂ ਦੀ ਜ਼ਿੰਦਗੀ ਦੀ ਯਾਤਰਾ ਇਸ ਸੰਸਾਰ ਦੇ ਵਿੱਚ ਸਫਲ ਹੋ ਗਈ ਹੈ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਧੰਨ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇਹ ਜਿਹੜਾ ਆਨੰਦ ਹੈ ਨਾ, ਹਿਰਦੇ ਦਾ ਆਨੰਦ, ਜਿਹਦੇ ਬਾਰੇ ਉੱਪਰ ਕਹਿ ਆਏ ਨੇ, ਆਨੰਦ ਪਿਆ ਮੇਰੀ ਮਾਏ, ਇਹ ਆਨੰਦ ਕੇਵਲ ਤਾਂ ਕੇਵਲ ਗੁਰੂ ਤੋਂ ਜਾਣਿਆ ਜਾਂਦਾ ਹੈ। ਇਹ ਆਨੰਦ ਕੇਵਲ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਗੁਰੂ ਬਿਨਾਂ ਐਸੇ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਕਹਿਣ ਮਾਤਰ ਕਰਕੇ ਲੋਕ ਕਹਿੰਦੇ ਫਿਰਦੇ ਆਨੰਦ ਹੋ ਗਿਆ, ਆਨੰਦ ਹੋ ਗਿਆ। ਅਸਲ ਆਨੰਦ ਕੇਵਲ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੇ ਪਵਿੱਤਰ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।